ਗੱਲ ਚੱਲ ਰਹੀ ਸੀ ਪੰਜਾਬ ਦੀ ਧਰਤ ਉੱਪਰ ਹੋਏ ਪੁਰਾਤਨ ਸਮੇਂ ਵਿੱਚ ਹਮਲਿਆਂ ਦੀ। ਪਿਛਲੇ ਭਾਗ ਵਿੱਚ ਗੱਲ ਖਤਮ ਹੋਈ ਸੀ ਹੂਣਾਂ ਦੇ ਹਮਲਿਆਂ ਉੱਤੇ। ਹੂਣਾਂ ਤੋਂ ਬਾਅਦ ਈਰਾਨੀਆਂ ਨੇ ਵੀ ਪੰਜਾਬ 'ਤੇ ਹਮਲੇ ਕੀਤੇ। ਜਮਸ਼ੇਦ ਦੇ ਪੁੱਤਰ ਫਰੀਦੂ ਦਾ ਹਮਲਾ ਵੀ ਜ਼ਿਕਰਯੋਗ ਹੈ। ਮਕਦੂਨੀਆ ਦੇ ਸੰਸਾਰ ਪ੍ਰਸਿੱਧ ਬਾਦਸ਼ਾਹ ਸਿਕੰਦਰ ਨੇ ਵੀ ਹਮਲਾ ਕੀਤਾ ਸੀ। ਉਹ ਸਿਕੰਦਰ ਜਿਹੜਾ ਦੁਨੀਆ ਜਿੱਤਣ ਲਈ ਨਿਕਲਿਆ ਸੀ। ਬਿਆਸ ਟੱਪਣ ਤੋਂ ਉਸ ਦੀਆਂ ਫੌਜਾਂ ਕਹਿੰਦੇ ਮੁਨਕਰ ਹੋ ਗਈਆਂ ਸਨ ਅਤੇ ਉਸ ਨੂੰ ਵਾਪਸ ਮੁੜਨਾ ਪਿਆ। ਉਂਝ ਸਿਕੰਦਰ ਦੇ ਸਿਪਾਹ ਸਾਲਾਰ ਅਸੀਰੀਆ ਦੇ ਬਾਦਸ਼ਾਹ ਸਲੂਕਸ ਨੇ 302 ਈਸਵੀ ਦੇ ਲਗਭਗ ਹਮਲਾ ਕੀਤਾ ਸੀ। ਉਦੋਂ ਚੰਦਰਗੁਪਤ ਮੌਰੀਆ ਦਾ ਰਾਜ ਸੀ। ਚੰਦਰਗੁਪਤ ਨੇ ਉਦੋਂ ਸਿੰਧ ਤੋਂ ਪਾਰ ਹੀ ਉਸ ਦਾ ਟਾਕਰਾ ਕੀਤਾ ਤੇ ਸਲੂਕਸ ਹਾਰ ਗਿਆ। ਉਸ ਵੇਲੇ ਉਸਨੇ ਆਪਣੇ ਲੜਕੀ ਦਾ ਡੋਲਾ ਦੇ ਕੇ ਸਮਝੌਤਾ ਕੀਤਾ ਸੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਚੰਦਰਗੁਪਤ ਦੇ ਪਰਪੁੱਤਰ ਅਸ਼ੋਕ ਨੇ ਹੀ ਬੁੱਧ ਧਰਮ ਨੂੰ ਰਾਜ ਧਰਮ ਬਣਾਇਆ ਸੀ। ਭਾਰਤ ਦੇ ਰਾਸ਼ਟਰੀ ਝੰਡੇ ਵਿੱਚ ਅਸ਼ੋਕ ਚਿੰਨ੍ਹ ਅੱਜ ਵੀ ਮੌਜੂਦ ਹੈ। ਪੁਰਾਤਨ ਇਤਿਹਾਸ ਨੂੰ ਜੇ ਜਾਣਨਾ ਹੋਵੇ ਤਾਂ ਵਿਦੇਸ਼ੀ ਯਾਤਰੂ ਜੋ ਲਿਖਦੇ ਸਨ ਉਹ ਪੜ੍ਹਨਾ ਸੱਚ ਦੇ ਬਹੁਤ ਕਰੀਬ ਹੁੰਦਾ ਹੈ, ਕਿਉਂਕਿ ਉਹ ਆਉਂਦੇ ਹੀ ਇੱਥੋਂ ਦੇ ਰਾਜਸੀ ਹਾਲਾਤ, ਸਮਾਜਿਕ ਤੇ ਧਾਰਮਿਕ ਬਣਤਰ ਨੂੰ ਵੇਖਣ ਲਈ ਸਨ। ਵਧਾ ਕੇ ਲਿਖਣਾ ਕੋਈ ਮਤਲਬ ਨਹੀਂ ਬਣਦਾ ਸੀ। ਹਾਂ, ਪੂਰੀ ਤਰ੍ਹਾਂ ਭਾਵੇਂ ਨਾ ਸਮਝ ਸਕੇ ਹੋਣ ਉਹ, ਕੁਝ ਤੱਥ ਅਜਿਹੇ ਜ਼ਰੂਰ ਹੋ ਸਕਦੇ ਹਨ ਜਿਨ੍ਹਾਂ ਨਾਲ ਉਹ ਪੂਰੀ ਤਰ੍ਹਾਂ ਇਨਸਾਫ ਨਾ ਕਰ ਸਕੇ ਹੋਣ। ਪ੍ਰਸ਼ੰਸਾ ਜਾਂ ਵਿਰੋਧ ਨਾ ਹੋਣ ਕਰਕੇ ਉਹਨਾਂ ਦਾ ਦੱਸਿਆ ਲਿਖਿਆ ਇਤਿਹਾਸ ਜ਼ਿਆਦਾ ਪ੍ਰਮਾਣਿਕ ਸਮਝਿਆ ਜਾ ਸਕਦਾ ਹੈ। ਮਸ਼ਹੂਰ ਚੀਨੀ ਯਾਤਰੀ ਫਾਹੀਆਨ ਲਗਭਗ 399 ਈਸਵੀ ਵਿੱਚ ਅਫਗਾਨਿਸਤਾਨ ਦੇ ਰਸਤੇ ਇੱਧਰ ਆਇਆ ਸੀ। ਇੱਕ ਹੋਰ ਯਾਤਰੀ ਹਿਊਨ ਸਾਂਗ ਵੀ 7ਵੀਂ ਸਦੀ ਦੇ ਅੱਧ ਵਿੱਚ ਪੰਜਾਬ ਆਇਆ ਸੀ। ਇਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਉਸ ਸਮੇਂ ਜੋ ਇੱਧਰ ਵੇਖਿਆ ਅਤੇ ਸਮਝਿਆ ਉਹ ਆਪਣੀਆਂ ਲਿਖਤਾਂ ਵਿੱਚ ਦਰਜ ਕੀਤਾ ਹੋਇਆ ਹੈ। ਇਹਨਾਂ ਨੂੰ ਪੜ੍ਹ ਕੇ ਇਤਿਹਾਸ ਦੀ ਚੰਗੀ ਅਤੇ ਸਹੀ ਜਾਣਕਾਰੀ ਲਈ ਜਾ ਸਕਦੀ ਹੈ। ਪਰ ਅਸੀਂ ਇਤਿਹਾਸ ਜਾਣਨ ਲਈ ਕਦੀ ਖੁਦ ਅਜਿਹਾ ਉਪਰਾਲਾ ਹੀ ਨਹੀਂ ਕਰਦੇ। ਬਸ ਇੱਧਰੋਂ ਉੱਧਰੋਂ ਕੁਝ ਆਰਜੀ ਜਿਹੀਆਂ ਲਿਖਤਾਂ ਪੜ੍ਹ ਕੇ ਇਤਿਹਾਸ ਨੂੰ ਡਿਫਾਈਨ ਕਰਨ ਲੱਗ ਜਾਂਦੇ ਹਾਂ, ਜਦ ਕਿ ਉਸ ਇਤਿਹਾਸ ਵਿੱਚ ਬਹੁਤ ਹੱਦ ਤੱਕ ਮਿਥਿਹਾਸ ਵੀ ਜੁੜਿਆ ਹੁੰਦਾ ਹੈ। ਲਿਖਣ ਤੇ ਲਿਖਾਉਣ ਵਾਲੇ ਦੀਆਂ ਕੁਝ ਆਪਣੀਆਂ ਮਨੌਤਾਂ ਵੀ ਹੁੰਦੀਆਂ ਹਨ। ਹੁਣ ਅੱਗੇ ਹੋਏ ਹਮਲਿਆਂ ਦੀ ਗੱਲ ਸੰਖੇਪ ਵਿੱਚ ਕਰੀਏ। 712 ਈਸਵੀ ਵਿੱਚ ਬਗਦਾਦ ਦੇ ਖਲੀਫਾ ਦੇ ਭੇਜੇ ਜਰਨੈਲ ਮੁਹੰਮਦ ਬਿਨ ਕਾਸਿਮ ਨੇ ਹਮਲਾ ਕੀਤਾ। ਫਿਰ ਤਾਂ ਬਾਬਰ ਤੱਕ ਇਬਰਾਹਿਮ ਕਲਟ ਵਾਲਿਆਂ ਦੇ ਹਮਲੇ ਹੁੰਦੇ ਰਹੇ। 8ਵੀਂ ਸਦੀ ਦੇ ਸ਼ੁਰੂ ਵਿੱਚ ਕਨੌਜ ਦੇ ਰਾਜੇ ਪੰਜਾਬ ਵਿੱਚ ਆਪਣਾ ਰਾਜ ਕਾਇਮ ਕੀਤਾ। ਪਿੱਛੋਂ ਅਜਮੇਰ ਦੇ ਚੌਹਾਨ ਬਾਦਸ਼ਾਹਾਂ ਨੇ ਰਾਜ ਭੇਜੇ ਹਮਲਾਵਰ ਰਾਜ ਖਤਮ ਕਰਦੇ ਰਹੇ।
10ਵੀਂ ਸਦੀ ਵਿੱਚ ਹਿੰਦੂ ਰਾਜੇ ਪਾਲ ਖਲੀਫਤ ਨੂੰ ਹਰਾ ਰਾਜ ਕਰਨ ਲੱਗੇ। ਉਦੋਂ ਜਲੰਧਰ ਰਾਜਧਾਨੀ ਸੀ। ਗਜ਼ਨੀਆਂ ਦੇ ਹਮਲੇ ਵੇਲੇ ਰਾਜਾ ਜੈਪਾਲ ਬਠਿੰਡੇ ਦੇ ਕਿਲੇ ਤੋਂ ਰਾਜ ਕਮਾ ਰਿਹਾ ਸੀ। ਮਹਿਮੂਦ ਗਜ਼ਨਵੀ ਦਾ ਪਹਿਲਾ ਹਮਲਾ 1001 ਈਸਵੀ ਵਿੱਚ ਹੋਇਆ। ਰਾਜਾ ਜੈਪਾਲ ਹਾਰ ਗਿਆ। 1021 ਈਸਵੀ ਵਿੱਚ ਮਹਿਮੂਦ ਗਜ਼ਨਵੀ ਨੇ ਲਾਹੌਰ ਅਤੇ ਪੰਜਾਬ ਵਿੱਚ ਪੱਕਾ ਕਬਜ਼ਾ ਕਰ ਲਿਆ। ਇਸੇ ਗਜ਼ਨਵੀ ਨੇ ਗੁਜਰਾਤ ਦੇ ਪ੍ਰਸਿੱਧ ਮੰਦਰ ਸੋਮਨਾਥ ਮੰਦਰ ਨੂੰ ਢਾਹ ਦਿੱਤਾ ਸੀ। ਹਜ਼ਾਰਾਂ ਪੁਜਾਰੀਆਂ ਅਤੇ ਰਖਕਾਂ ਦਾ ਕਤਲ ਕਰ ਦਿੱਤਾ ਸੀ ਅਤੇ ਉੱਥੋਂ ਅਥਾਹ ਦੌਲਤ, ਸੋਨਾ, ਹੀਰੇ ਜਵਾਹਰਾਤ ਆਦਿ ਲੁੱਟ ਲਏ ਸਨ। ਅੱਜ ਵੀ ਜਦੋਂ ਹਿੰਦੁਸਤਾਨ ਦੇ ਸ਼ਾਨੋ ਸ਼ੌਕਤ ਦੀ ਗੱਲ ਹੁੰਦੀ ਹੈ ਤਾਂ ਸੋਮਨਾਥ ਦਾ ਮੰਦਰ ਉਸ ਸਮੇਂ ਨਾਂ ਵਿੱਚ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਉੱਥੋਂ ਦੀ ਦੌਲਤ ਲੁੱਟਣ ਤੋਂ ਬਾਅਦ ਕਹਿੰਦੇ ਹਨ ਕਿ ਗਜ਼ਨਵੀ ਆਪਣੇ ਸ਼ਹਿਰ ਪੁੱਜਿਆ ਵਾਪਸ ਤਾਂ ਦੌਲਤ ਵੇਖ ਹੋਰਨਾਂ ਹਮਲਾਵਰਾਂ ਦੇ ਮਨ ਵਿੱਚ ਵੀ ਹਿੰਦੁਸਤਾਨ 'ਤੇ ਹਮਲਿਆਂ ਦੀ ਲਲਕ ਪੈਦਾ ਹੋ ਗਈ। ਗਜ਼ਨੀ ਸ਼ਹਿਰ ਜਿੱਥੋਂ ਉਹ ਹਿੰਦੁਸਤਾਨ ਦੇ ਉੱਪਰ ਹਮਲਾ ਕਰਨ ਆਇਆ ਸੀ। ਇਸ ਤੋਂ ਬਾਅਦ ਹਮਲਾਵਰ ਮੁਹੰਮਦ ਗੌਰੀ ਸੀ। ਗੱਦਾਰਾਂ 'ਚੋਂ ਮਸ਼ਹੂਰ ਗੱਦਾਰ ਦੀ ਉਪਾਧੀ ਜੈ ਚੰਦ ਹੈ। ਜੈ ਚੰਦ ਨੇ ਹੀ ਮਦਦ ਦਾ ਭਰੋਸਾ ਦੇ ਕੇ ਮੁਹੰਮਦ ਗੌਰੀ ਨੂੰ ਸੱਦਿਆ ਸੀ। ਪਹਿਲੀ ਵਾਰ ਤਾਂ ਗੌਰੀ ਹਾਰ ਗਿਆ, ਪਰ ਅਗਲੇ ਹਮਲਿਆਂ ਵਿੱਚ ਅਖੀਰ ਜਿੱਤ ਹਾਸਲ ਹੀ ਕਰ ਗਿਆ। ਲਗਭਗ ਇਹ 1186 ਈਸਵੀ ਦਾ ਸਮਾਂ ਸੀ। ਮੁਹੰਮਦ ਗੌਰੀ ਦੇ ਰਾਜ ਦਾ ਵੀ ਅੰਤ ਹੋਇਆ। ਪੰਜਾਬ ਵਿੱਚ ਪਹਾੜੀ ਕੌਮ ਗੱਖੜ ਨੇ 12ਵੀਂ ਸਦੀ ਦੇ ਸ਼ੁਰੂ ਤੱਕ ਲਾਹੌਰ ਤਾਈਂ ਰਾਜ ਕਾਇਮ ਕੀਤਾ। ਇਹਨਾਂ ਨੇ ਹੀ ਮੁਹੰਮਦ ਗੌਰੀ ਨੂੰ ਮਾਰਿਆ ਸੀ। ਮੁਹੰਮਦ ਗੌਰੀ ਦੇ ਗੁਲਾਮ ਕੁਤਬੁੱਦੀਨ ਐਬਕ ਨੇ 24 ਜੁਲਾਈ 1205 ਈਸਵੀ ਵਿੱਚ ਗੱਖੜਾਂ ਨੂੰ ਹਰਾ ਫੇਰ ਪੰਜਾਬ ਉੱਤੇ ਰਾਜ ਕਾਇਮ ਕਰ ਲਿਆ। ਇਹ ਹੀ ਅੱਗੇ ਗੁਲਾਮ ਰਾਜਵੰਸ਼ ਵਾਲੇ ਕਹਾਏ। ਇਹਨਾਂ ਗੁਲਾਮਾਂ ਵੇਲੇ ਹੀ ਮੰਗੋਲਾਂ ਤੋਂ ਚੰਗੇਜ਼ ਖਾਨ ਨੇ ਹਮਲੇ ਕੀਤੇ। ਭਾਵੇਂ ਚੰਗੇਜ਼ ਖਾਨ ਪੰਜਾਬ 'ਤੇ ਕਾਬਜ਼ ਨਾ ਹੋ ਸਕਿਆ, ਪਰ ਇਤਿਹਾਸ ਵਿੱਚ ਨਾਂ ਦਰਜ ਕਰਾ ਗਿਆ। ਅੱਜ ਕੱਲ੍ਹ ਜੋ ਖਾਨ ਸਰਨੇਮ ਹੈ, ਬਹੁਤੇ ਇਸੇ ਚੰਗੇਜ਼ ਖਾਨ ਨਾਲ ਜੋੜ ਆਪਣੇ ਆਪ ਨੂੰ ਖਾਨ ਕਹਿੰਦੇ ਹਨ। ਗੁਲਾਮਾਂ ਦਾ ਰਾਜ ਚੱਲਦਾ ਰਿਹਾ। ਅਲਤਮਸ਼ ਦੀ ਲੜਕੀ ਰਜ਼ੀਆ ਨੇ ਵੀ ਹਕੂਮਤ ਕਾਇਮ ਕੀਤੀ। ਅਲਤਮਸ਼ ਦੀ ਲੜਕੀ ਰਜ਼ੀਆ, ਇੱਕ ਹਿੰਦੀ ਫਿਲਮ ਆਈ ਸੀ ਰਜ਼ੀਆ ਸੁਲਤਾਨ, ਸ਼ਾਇਦ ਯਾਦ ਹੋਵੇ। ਉਸ ਫਿਲਮ ਦੇ ਗੀਤ ਲਾਜਵਾਬ ਤੇ ਦਿਲ ਨੂੰ ਛੂਹਣ ਵਾਲੇ ਸਨ। ਚਲੋ ਮੁੜ ਫੇਰ ਆਉਂਦੇ ਹਾਂ ਵਿਸ਼ੇ ਉੱਪਰ। ਗੁਲਾਮਾਂ ਤੋਂ ਬਾਅਦ ਆਏ ਖਿਲਜੀ, ਜਲਾਲੂਦੀਨ ਖਿਲਜੀ। ਇਹ 1321 ਈਸਵੀ ਤੱਕ ਕਾਬਜ਼ ਰਹੇ। ਫਿਰ ਤੁਗਲਕ ਵੰਸ਼ ਦਾ ਰਾਜ ਰਿਹਾ ਪੰਜਾਬ ਦੀ ਧਰਤ ਉੱਪਰ। ਇਨਸਾਨ ਦੁਆਰਾ ਬਣਾਈ ਗਈ ਪਹਿਲੀ ਨਹਿਰ ਤੁਗਲਕਾਂ ਵੇਲੇ ਹੀ ਬਣਾਈ ਗਈ ਸੀ। ਇਸ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਫਿਰ ਹਮਲਾਵਰ ਆਇਆ ਤੈਮੂਰ। ਸਭ ਜਾਣਦੇ ਹੀ ਹੋਣੇ। ਲੱਖਾਂ ਦੀ ਗਿਣਤੀ ਵਿੱਚ ਕਤਲੇਆਮ ਦਾ ਸਿਹਰਾ ਉਸ ਦੇ ਸਿਰ ਹੀ ਹੈ ਤੇ ਗੁਲਾਮ ਵੀ ਉਹ ਲੱਖਾਂ ਦੇ ਲਗਭਗ ਲੈ ਗਿਆ ਸੀ। ਹੋ ਸਕਦਾ ਹੈ ਕਿ ਮਿਸਾਲ ਦੇਣ ਲੱਗੇ ਇਤਿਹਾਸਕਾਰ ਅਤਿ ਕਥਨੀ ਕਰ ਗਏ ਹੋਣ।
ਪਰ ਵੱਡੀ ਗਿਣਤੀ ਵਿੱਚ ਕਤਲੇਆਮ ਹੋਇਆ ਹੀ ਸੀ ਅਤੇ ਕਾਫੀ ਗਿਣਤੀ ਵਿੱਚ ਲੋਕ ਗੁਲਾਮ ਵੀ ਬਣਾ ਲਏ ਗਏ ਹੋਣੇ। ਕਿਹਾ ਤੇ ਇੱਥੋਂ ਤੱਕ ਜਾਂਦਾ ਹੈ ਕਿ ਜਦੋਂ ਗੁਲਾਮਾਂ ਨੂੰ ਲਿਜਾਣ ਦਾ ਬੰਦੋਬਸਤ ਨਾ ਹੋਇਆ ਤਾਂ ਉਹਨਾਂ ਗੁਲਾਮਾਂ ਵਿੱਚੋਂ ਬਹੁਤ ਸਾਰੇ ਗੁਲਾਮਾਂ ਨੂੰ ਵੀ ਇੱਥੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਤੈਮੂਰ ਰਾਜ ਕਰਨ ਦੀ ਥਾਂ ਪੰਜਾਬ ਨੂੰ ਸੈਯਦ ਖਿਜ਼ਰ ਖਾਨ ਨੂੰ ਦੇ ਗਿਆ। ਹੁਣ ਉਹ ਹੁਕਮਰਾਨ ਸੀ। 14ਵੀਂ ਸਦੀ ਵਿੱਚ ਸੈਯਦਾਂ ਨੂੰ ਲੋਧੀ ਖਾਨਦਾਨ ਦੇ ਬਹਿਲੋਲ ਖਾਨ ਨੇ ਹਰਾਇਆ। ਲਗਭਗ 1468 ਈਸਵੀ ਵਿੱਚ ਬਹਿਲੋਲ ਲੋਧੀ ਮਾਰਿਆ ਗਿਆ। ਇੱਥੇ ਹੁਣ ਤੱਕ ਦੇ ਹੋਏ ਇਹਨਾਂ ਪੁਰਾਤਨ ਹਮਲਿਆਂ ਨੂੰ ਵਿਰਾਮ ਦਿੰਦੇ ਹਾਂ। ਅੱਗੋਂ ਦਾ ਇਤਿਹਾਸ ਅਗਲੇ ਭਾਗ ਵਿੱਚ ਦੱਸਾਂਗੇ। ਅੱਗੇ ਦਾ ਇਤਿਹਾਸ ਅੱਜ ਨਾਲ ਜੁੜਦਾ ਹੈ। ਅੱਗੇ ਗੱਲ ਕਰਾਂਗੇ। ਉਮੀਦ ਹੈ ਜਾਣਕਾਰੀ ਪਸੰਦ ਆਈ ਹੋਵੇਗੀ। ਭਾਵੇਂ ਇਸ ਦਾ ਜ਼ਿਕਰ ਘੱਟ ਹੀ ਮਿਲਦਾ ਜਾਂ ਕੀਤਾ ਜਾਂਦਾ ਹੈ, ਪਰ ਇਹ ਵੀ ਤਾਂ ਪੰਜਾਬ ਦਾ ਹੀ ਇਤਿਹਾਸ ਰਿਹਾ ਹੈ। ਜ਼ਰੂਰੀ ਨਹੀਂ ਹੈ ਕਿ ਇਤਿਹਾਸ ਦੇ ਵਿਦਿਆਰਥੀ ਜਾਂ ਇਤਿਹਾਸ ਵਿੱਚ ਰੁਚੀ ਰੱਖਣ ਵਾਲੇ ਹੀ ਇਸ ਤੋਂ ਜਾਣੂ ਹੋਣ। ਜੇ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹਾਂ ਤਾਂ ਪੰਜਾਬੀ ਹੋਣ 'ਤੇ ਮਹਿਸੂਸ ਕਰਦੇ ਹਾਂ ਤਾਂ ਥੋੜ੍ਹੀ ਬਹੁਤ ਜਾਣਕਾਰੀ ਤਾਂ ਹੋਣੀ ਹੀ ਚਾਹੀਦੀ ਹੈ। ਪੰਜਾਬ ਸ਼ਬਦ ਕਦੋਂ ਹੋਂਦ ਵਿੱਚ ਆਇਆ? ਕੀ 73 ਸਾਲ ਪਹਿਲਾਂ ਹੀ, ਜਾਂ ਸਿਰਫ 400-500 ਸਾਲ ਪਹਿਲਾਂ ਹੀ, ਜਾਂ ਉਸ ਤੋਂ ਪਹਿਲਾਂ ਵੀ ਇਸ ਦੀ ਕੋਈ ਹੋਂਦ ਸੀ? ਉਮੀਦ ਹੈ ਜਾਣਕਾਰੀ ਹੋ ਗਈ ਹੋਵੇਗੀ। ਕੁਝ ਗੱਲਾਂ ਵਿਸ਼ੇ ਤੋਂ ਹਟ ਕੇ ਵੀ ਕਰਨ ਨੂੰ ਹੋ ਜਾਂਦੀਆਂ ਹਨ, ਪਰ ਫੇਰ ਕਦੀ ਕਰਾਂਗੇ। ਹਾਲੇ ਪੁਰਾਤਨ ਇਤਿਹਾਸ ਨੂੰ ਹੀ ਜਾਰੀ ਰੱਖਾਂਗੇ। ਗੱਲ ਜਦੋਂ ਇਤਿਹਾਸ ਦੀ ਤੁਰਦੀ ਹੈ ਤਾਂ ਕੁਝ ਲੋਕ ਇਤਿਹਾਸ ਨਾਲ ਅਸਹਿਮਤ ਹੋਣਾ ਸ਼ੁਰੂ ਕਰ ਦਿੰਦੇ ਹਨ, ਜਦ ਕਿ ਇਤਿਹਾਸ ਜੋ ਹੁੰਦਾ ਹੈ ਉਹ ਹੀ ਹੁੰਦਾ ਹੈ। ਉਸ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਤੱਥਾਂ ਦੇ ਆਧਾਰ ਉੱਤੇ ਹੋਣਾ ਚਾਹੀਦਾ ਹੈ। ਆਪਣੀਆਂ ਮਨੌਤਾਂ ਇਤਿਹਾਸ ਨੂੰ ਬਦਲ ਨਹੀਂ ਸਕਦੀਆਂ। ਅੱਗੇ ਗੱਲ 14ਵੀਂ ਸਦੀ ਦੇ ਅੱਧ ਤੋਂ ਸ਼ੁਰੂ ਕਰਾਂਗੇ। ਜਲਦ ਹੀ ਮਿਲਦੇ ਹਾਂ।